ਸਤਿ ਸ਼੍ਰੀ ਅਕਾਲ ਦੋਸਤੋ ਜੀ, ਤੁਹਾਡਾ ਆਪਣਾ ਬਲਦੇਵ ਸਿੰਘ ਜੀ। ਜਿਸ ਤਰ੍ਹਾਂ ਅੱਜ ਆਪਾਂ ਡਿਸਕਸ ਕਰਾਂਗੇ ਵੀ ਯੂਨੀਵਰਸਲ ਫਰਸਟ ਚੁਆਇਸ ਐਜੂਕੇਸ਼ਨ ਪੁਰਾਣੀ ਜਿਹੜੇ ਤੁਸੀਂ ਵੀਡੀਓਜ਼ ਦੇਖੋਗੇ ਆਪਾਂ ਕਿਹੜੇ ਬੱਚਿਆਂ ਦੀ ਹੈਲਪ ਕਰ ਪਾ ਰਹੇ ਹਾਂ, ਉਹਨਾਂ ਦੀ ਜਿਨ੍ਹਾਂ ਦੇ ਪ੍ਰੋਫਾਈਲ ਆਲਮੋਸਟ ਜਿਹੜੇ ਹੈ 90% ਕੰਸਲਟੈਂਟ ਕਹਿ ਦਿੰਦੇ ਨਹੀਂ ਇਹ ਪੋਸੀਬਲ ਨਹੀਂ ਹੈਗਾ, ਰਾਈਟ। ਸੋ ਉੱਥੇ ਆਪਾਂ ਥੋੜਾ ਜਿਹਾ ਜ਼ਿਆਦਾ ਜਿਹੜਾ ਕੰਮ ਕੀਤਾ ਜਾਂਦਾ ਹੈ, ਪ੍ਰੈਕਟਿਸ ਹੀ ਆਪਣੀ ਉਹ ਹੈਗੀ ਵੀ ਜਿੱਥੇ ਚੀਜ਼ਾਂ ਸਟਕ ਹੋ ਜਾਂਦੀਆਂ ਉੱਥੋਂ ਆਪਣੀਆਂ ਸ਼ੁਰੂ ਹੁੰਦੀਆਂ ਹੈ, ਰਾਈਟ। ਸੋ ਇਹ ਨਹੀਂ ਕਹਿ ਸਕਦੇ ਵੀ ਆਪਾਂ ਕੰਮ ਜਿਹੜਾ 100% ਕਰ ਸਕਦੇ ਹਾਂ, ਫਿਰ ਵੀ ਸਾਰਾ ਕੁਝ ਦੇਖਦੇ ਹੋਏ ਪ੍ਰੈਕਟਿਸ ਨੂੰ ਦੇਖਦੇ 99% ਦੀ ਸਾਡੀ ਸ਼ਿਓਰਟੀ ਰਹਿੰਦੀ ਵੀ ਯੈਸ ਜਿਹੜਾ ਹੈ ਬੈਸਟ ਪ੍ਰੈਕਟਿਸ ਆ, ਉਹਦੇ ਅਕੋਰਡਿੰਗਲੀ ਆਪਾਂ ਕੋਈ ਵੀ ਫਾਈਲ ਜਿਹੜੀ ਪਿਕਅਪ ਕਰ ਰਹੇ ਹਾਂ, ਚਾਹੇ ਉਹ ਲੋ ਸਕੋਰ ਦੇ ਹੈ, ਚਾਹੇ ਉਹ ਗੈਪ ਵਾਲਾ ਕੇਸਸ ਹੈਗਾ, ਚਾਹੇ ਉਹ ਕਿਸ ਤਰ੍ਹਾਂ ਦਾ ਵੀ ਹੈਗਾ, ਜੈਨੂਨ ਜਿਹੜਾ ਹੈ ਸਾਰੀਆਂ ਚੀਜ਼ਾਂ ਨਾਲ ਵਰਕਆਊਟ ਕੀਤਾ ਜਾਂਦਾ ਤੁਹਾਡੇ ਪ੍ਰੋਫਾਈਲ ਤੇ ਐਂਡ ਉਸ ਤਰ੍ਹਾਂ ਉਹ ਕੇਸ ਪੇਸ਼ ਕੀਤਾ ਜਾਂਦਾ ਹੈ। ਜਦੋਂ ਕਿ ਸਾਡੇ ਕੋਲ ਜਿਸ ਤਰ੍ਹਾਂ ਦੇ ਵੀ ਸਟੂਡੈਂਟ ਆਉਂਦੇ ਉਹਨਾਂ ਦਾ ਵੀ ਬੜਾ ਵੱਡਾ ਕੁਐਸਚਨ ਰਹਿੰਦਾ ਵੀ ਇਹ ਕਿਸ ਤਰ੍ਹਾਂ ਪੋਸੀਬਲ ਹੈ ਜੀ, ਜਦੋਂ ਕਿ ਮੇਰੇ ਕੰਸਲਟੈਂਟ ਜਿਹੜੇ ਜਾਂ ਮਾਰਕੀਟ 'ਚ ਮੈਂ ਜਿਹਨੂੰ ਮਿਲ ਕੇ ਆਇਆ ਉਹਨਾਂ ਨੇ ਇੰਪੋਸੀਬਲ ਕਿਹਾ। ਸੋ ਦੇਖੋ ਹਰੇਕ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਹਰੇਕ ਕੰਸਲਟੈਂਟ ਵਧੀਆ ਹੈਗਾ, ਬਟ ਹਰੇਕ ਕੰਸਲਟੈਂਟ ਦੀ ਆਪਣੀ ਆਪਣੀ ਮਾਸਟਰੀ ਹੈਗੀ ਹੈ, ਕਿਸੇ ਕਿਸੇ ਫੀਲਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਸਟਰ ਹੈਗਾ ਉਹ, ਰਾਈਟ, ਔਰ ਕਿਸ ਤਰ੍ਹਾਂ ਦਾ ਉਹਦਾ ਐਕਸਪੀਰੀਅੰਸ ਹੈਗਾ। ਸਿੰਪਲ ਕਰੀਮ ਤੇ ਕੰਮ ਕਰਨਾ ਬਹੁਤ ਸਾਰੇ ਕੰਸਲਟੈਂਟ ਹੈ, ਉੱਥੇ ਕੁਝ ਕੰਮ ਕਰਨ ਦੀ ਲੋੜ ਵੀ ਨਹੀਂ, ਮੈਂ ਪਹਿਲਾਂ ਵੀ ਬਹੁਤ ਡਿਸਕਸ ਕਰ ਚੁੱਕਿਆ, ਤੁਹਾਡਾ ਆਪਣੇ ਆਪ ਤੁਸੀਂ ਕਰ ਸਕਦੇ ਹੋ। ਨੰਬਰ 2 ਜਿੱਥੇ ਥੋੜੀ ਕੰਪਲਿਕੇਸ਼ਨਸ ਹੈ ਉੱਥੇ ਕੰਸਲਟੈਂਟ ਦਾ ਰੋਲ ਜਿਹੜਾ ਹੈ ਇੰਪੋਰਟੈਂਟ ਹੁੰਦਾ ਹੈ, ਉੱਥੇ ਹੀ ਜਾਣਿਆ ਜਾਂਦਾ ਵੀ ਕੰਸਲਟੈਂਟ ਹੈ ਕੋਈ ਜਾਂ ਨਹੀਂ ਹੈਗਾ, ਰਾਈਟ। ਸੋ ਬਟ ਦੇਅਰ ਆਰ ਸਰਟਨ ਥਿੰਗਸ ਜਿਹੜੀਆਂ ਬਿਲਕੁਲ ਹੀ ਇੰਪੋਸੀਬਲ ਹੈ। ਸੋ ਇਹ ਨਹੀਂ ਕਹਿੰਦੇ ਵੀ ਆਪਾਂ ਸਾਰੀਆਂ ਚੀਜ਼ਾਂ ਪੋਸੀਬਲ ਕਰ ਸਕਦੇ ਹਾਂ, ਉਹਨਾਂ ਚੀਜ਼ਾਂ ਨੂੰ ਆਪਾਂ ਕਹਿੰਦੇ ਕੁਝ ਬੱਚੇ ਜਿਹੜੇ ਕਨਫਿਊਜ਼ ਵੀ ਹੋ ਜਾਂਦੇ ਵੀ ਯੈਸ ਲਾਈਕ ਤੁਹਾਨੂੰ ਹੁਣੇ ਇੱਕ ਐਗਜ਼ਾਮਪਲ ਜਿਹੜੀ ਹੈ ਲਾਈਵ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਇਹ ਵੀ ਇੱਕ ਤਰ੍ਹਾਂ ਦਾ ਬੱਚਾ ਸੀ ਜਿਹਦੇ ਕੰਸਲਟੈਂਟ ਨੇ ਜਿੱਥੋਂ ਵੀਜ਼ਾ ਲੱਗਿਆ ਉਹਨੇ ਮਨਾ ਕਰਤਾ ਵੀ ਨਹੀਂ ਇਹ ਦਿਸ ਇਜ਼ ਨਾਟ ਪੋਸੀਬਲ, ਬਟ ਉਹਨੇ ਜਦੋਂ ਸਾਡੇ ਕੋਲ ਆਇਆ ਤਾਂ ਅਸੀਂ ਕਿਹਾ ਯੈਸ ਦੇਰ ਇਜ਼ ਅ ਪੋਸੀਬਲ, ਹੋ ਸਕਦਾ ਉਹਨਾਂ ਦਾ ਐਕਸਪੋਜ਼ਰ ਨਹੀਂ ਹੋਏਗਾ, ਤੇ ਅਸੀਂ ਉਹਨਾਂ ਨੂੰ ਟ੍ਰਾਂਸਫਰ ਕੀਤਾ ਹੈਗਾ ਕੈਨੇਡਾ, ਤੇ ਉਹ ਆਪਣੇ ਜੋ ਡਿਸਕਸ਼ਨ ਰਹੀ ਹੈਗੀ ਆ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ। ਆਲਦੋ ਅਸੀਂ ਪਹਿਲਾਂ ਨਹੀਂ ਮਿਲੇ, ਸਿੰਪਲ ਫੂਲ ਤੇ ਡਿਸਕਸ਼ਨ ਹੋਈ ਐਂਡ ਉਹਨੇ ਬਿਲੀਵ ਕਰਕੇ ਸਾਰਾ ਕੁਝ ਟਰਸਟ ਕਰਕੇ ਸਾਰਾ ਕੁਝ ਕੀਤਾ ਐਂਡ ਉਹਨਾਂ ਨੂੰ ਸਕਸੈਸਫੁਲੀ ਉੱਥੇ ਲੈਂਡ ਵੀ ਕਰਵਾਏਗਾ। ਇਸ ਤਰ੍ਹਾਂ ਦੀ ਇਹ ਹੋਰ ਬੜੀਆਂ ਐਗਜ਼ਾਮਪਲ, ਮੇਰਾ ਪਰਪਸ ਇਹ ਵੀਡੀਓ ਬਣਾਉਣ ਦਾ ਇਹ ਹੈਗਾ ਵੀ ਜਿੱਥੇ ਵੀ ਐਗਜ਼ਾਮਪਲਸ ਹੈਗੀਆਂ ਜਿੱਥੇ ਨਾ ਹੁੰਦੀ ਹੈ ਜੈਸ ਇੱਕ ਨਾ ਇੱਕ ਜੇ ਅਗਰ ਹਾਂ ਅਸੀਂ ਕਰ ਰਹੇ ਹਾਂ ਤਾਂ ਥੋੜਾ ਟਰਸਟ ਵੀ ਰੱਖੋ। ਇਸ ਤਰ੍ਹਾਂ ਨਹੀਂ ਹੈ ਬਲਾਈਂਡਲੀ ਕੋਈ ਯੈਸ ਕਰ ਰਹੇ ਕਿਸੇ ਵੀ ਚੀਜ਼ ਨੂੰ। ਸਪੋਜ਼ ਸਪਾਊਸ ਵੀਜ਼ਾ ਹੈਗਾ, ਸਪਾਊਸ ਵੀਜ਼ਾ 'ਚ ਅੱਗੇ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਕਾਲਸ ਆਈਆਂ ਵੀ ਸਾਡੇ ਕੰਸਲਟੈਂਟ ਕਹਿ ਰਹੇ ਵੀ ਜੇ ਲੜਕੀ ਨੂੰ ਜਾਂ ਉਧਰੋਂ ਜਿਹੜਾ ਹੈਗਾ ਸਪਾਊਸ ਉਹਨੂੰ ਇੰਡੀਆ ਬੁਲਾਓਗੇ ਤੇ ਵਾਪਸ ਨਹੀਂ ਜਾ ਸਕਦੇ। ਸੋ ਆਈ ਡੋਂਟ ਨੋ ਮਤਲਬ ਕਿਸ ਤਰ੍ਹਾਂ ਦੀ ਇਹ ਐਡਵਾਈਸ ਹੈਗੀ ਹੈ, ਜਦੋਂ ਕਿ ਕਲੀਅਰ ਕੱਟ ਜਿਹੜੇ ਹੈਗੇ ਆ ਰੈਗੂਲੇਟਰਸ ਉਹਦੇ ਵਿੱਚ ਲਿਖਿਆ ਹੋਇਆ ਹੈ ਵੀ ਜੇ ਤੁਸੀਂ ਆਲਰੇਡੀ ਕੈਨੇਡਾ ਦੇ ਸਟੂਡੈਂਟ ਹੈਗੇ ਆ ਤਾਂ ਤੁਸੀਂ ਇੰਡੀਆ ਵੀ ਆ ਸਕਦੇ ਹੋ, ਵਾਪਸ ਵੀ ਜਾ ਸਕਦੇ ਹੋ। ਦੇਰ ਇਜ਼ ਨੋ ਨੀਡ ਆਫ ਟਰੈਵਲ ਐਗਜ਼ਾਮਸ਼ਨ ਜਾਂ ਕੋਈ ਲੈਟਰ ਲੈਣ ਦੀ ਜ਼ਰੂਰਤ ਨਹੀਂ ਹੈਗੀ, ਕਲੀਅਰ ਕੱਟ ਲਿਖਿਆ ਹੈਗਾ ਐਂਡ ਉੱਥੋਂ ਪੜ੍ਹ ਕੇ ਹੀ ਸਾਰੀ ਜਿਹੜੀ ਹੈ ਤੁਹਾਡੇ ਨਾਲ ਡਿਸਕਸ਼ਨ ਸਾਰੀ ਹੁੰਦੀ ਹੈ। ਕੋਈ ਵੀ ਲਾਅ ਹੈਗਾ ਜਾਂ ਉਹਦਾ ਸੈਕਸ਼ਨ ਹੈਗਾ ਉਹਨੇ ਪੜ੍ਹ ਕੇ ਆਪਾਂ ਡਿਸਕਸ ਕਰਦੇ ਹੈਗੇ ਆ। ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਵੀ ਬੜੀਆਂ ਐਗਜ਼ਾਮਪਲ, ਇਹ ਤਾਂ ਇੱਕ ਐਗਜ਼ਾਮਪਲ ਹੈਗੀ ਆ, ਹੋਰ ਐਗਜ਼ਾਮਪਲ ਕੀ ਕਹਿ ਸਕਦੇ ਹਾਂ ਆਪਾਂ, ਜਿਸ ਤਰ੍ਹਾਂ ਜਿਹੜੇ ਬੱਚੇ ਹੈਗੇ ਆ ਉਧਰ ਐਗਜ਼ਾਮਪਲ ਲਗਾਓ ਯੈਸ ਮੈਰਿਜ ਰਿਲੇਸ਼ਨਸ਼ਿਪ ਹੈਗੇ ਆ। ਸੋ ਮੈਰਿਜ ਰਿਲੇਸ਼ਨਸ਼ਿਪ ਦੇ ਵਿੱਚ ਅਸੀਂ ਐਡਵਾਈਸ ਵੀ ਕਰ ਰਹੇ ਹਾਂ ਵੀ ਜੇ ਅਗਰ ਕੋਈ ਉਧਰ ਬੱਚੀ ਹੈਗੀ ਜਾਂ ਬੇਟਾ ਹੈਗਾ ਉਧਰ ਆਪਣਾ ਪਾਸਪੋਰਟ ਆਪਣਾ ਚੇਂਜ ਕਰਵਾ ਸਕਦਾ ਹੈ, ਉਹਦੇ ਤੇ ਵੀ ਦੇਰ ਆਰ ਐਨ ਨੰਬਰ ਆਫ ਕੁਐਸਚਨਸ ਆਉਂਦੇ ਹੈ ਵੀ ਯੈਸ ਪਾਸਪੋਰਟ ਕਿਵੇਂ ਚੇਂਜ ਹੋ ਜਾਏਗਾ, ਉਹਦੇ ਤੇ ਵੀਜ਼ਾ ਕਿਵੇਂ ਲੱਗੇਗਾ, ਉਹ ਤੋਂ ਟਰੈਵਲ ਕਿਵੇਂ ਕਰਾਂਗੇ। ਸੋ ਹਰੇਕ ਬੱਚੇ ਨੂੰ ਇਸ ਤਰ੍ਹਾਂ ਦਾ ਸਮਝਾਉਣਾ ਇੰਪੋਸੀਬਲ ਹੋ ਜਾਂਦਾ ਹੈ, ਜਦੋਂ ਕਿ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗਲੀ ਹੀ ਤੁਹਾਨੂੰ ਐਡਵਾਈਸ ਦਿੱਤੀ ਜਾਂਦੀ ਹੈ। ਉਹਨੂੰ ਤੁਸੀਂ ਆਪ ਵੀ ਪੜ੍ਹ ਸਕਦੇ ਹੋ, ਐਵਰੀਥਿੰਗ ਇਜ਼ ਪੋਸੀਬਲ ਅਗਰ ਉਹ ਆਪਾਂ ਅੰਡਰ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਆਪਾਂ ਕਰ ਰਹੇ ਹਾਂ, ਰਾਈਟ। ਉਹਨਾਂ ਚੀਜ਼ਾਂ ਉਹ ਥੋੜਾ ਬਿਲੀਵ ਕਰੋ, ਟਰਸਟ ਕਰੋ ਵੀ ਜੋ ਵੀ ਆਪਾਂ ਤੁਹਾਨੂੰ ਦੱਸ ਰਹੇ ਹੈਗੇ ਸਾਰਾ ਕੁਝ ਪੜ੍ਹ ਕੇ ਪ੍ਰੈਕਟਿਸ ਦੇ ਅਕੋਰਡਿੰਗਲੀ ਦੱਸ ਰਹੇ ਹੈਗੇ ਆ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬੱਚੇ ਯਾਰਕ ਵਿਲੇ ਯੂਨੀਵਰਸਿਟੀ ਜਾਂ ਨਾਇਗਰਾ ਕਾਲਜ ਜਾਂ ਕੁਝ ਹੋਰ ਕਾਲਜ ਜਿਨ੍ਹਾਂ ਨੇ ਜਨਵਰੀ ਦੇ ਵੀਜ਼ੇ ਆਏ ਹੋਏ ਹੈ ਔਰ ਟਰੈਵਲ ਨਹੀਂ ਕਰ ਪਾ ਰਹੇ, ਕਾਲਜਾਂ ਨੇ ਵੀ ਹੱਥ ਖੜੇ ਕੀਤੇ ਹੋਏ ਹੈ, ਏਜੰਟ ਨੇ ਤਾਂ ਵੈਸੇ ਹੱਥ ਖੜੇ ਕੀਤੇ ਵੀ ਨਹੀਂ ਅਸੀਂ ਕੁਝ ਕਰ ਸਕਦੇ। ਸੋ ਉਹਨਾਂ ਦਾ ਵੀ ਜਿਹੜਾ ਚੱਲ ਰਿਹਾ ਹੈਗਾ ਸਾਰਾ ਕਿਹੜੇ ਸੈਕਸ਼ਨ ਦੇ ਅੰਡਰ ਅਸੀਂ ਤੁਹਾਨੂੰ ਉਧਰ ਆਪਾਂ ਟ੍ਰਾਂਸਫਰ ਕਰ ਸਕਦੇ ਹਾਂ, ਉਹ ਤਾਂ ਬੜੀ ਜਲਦੀ ਉਹ ਵੀ ਤੁਹਾਨੂੰ ਸਕਸੈਸਫੁਲੀ ਜਿਹੜੀ ਹੈ ਉਹਦੀ ਐਗਜ਼ਾਮਪਲਸ ਦੇਵਾਂਗੇ। ਕੁਝ ਬੱਚੇ ਜਿਹੜੇ ਹੈਗੇ ਆ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਨੂੰ ਟਰੈਵਲ ਕਰਵਾ ਰਹੇ ਹਾਂ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੇਟਰ ਔਨ, ਰਾਈਟ। ਜਦੋਂ ਸਕਸੈਸ ਹੋਗੀ ਉਦੋਂ ਤੋਂ ਬਾਅਦ ਸ਼ੇਅਰ ਕਰਾਂਗੇ। ਸੋ ਆਓ ਦੀ ਬੱਚੇ ਨੂੰ ਮਿਲਦੇ ਜਿਨ੍ਹਾਂ ਦੀ ਆਪਾਂ ਹੈਲਪ ਕੀਤੀ ਹੈਗੀ ਹੈ, ਪਹਿਲਾਂ ਬਿਲਕੁਲ ਨੋਨ ਨਹੀਂ ਸੀਗੇ। ਇਸ ਤਰ੍ਹਾਂ ਦੀ ਜਿਹੜੀ ਹੈਲਪ ਚੱਲ ਰਹੀ ਹੈਗੀ ਹੈ ਔਰ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਚੈਲੰਜ ਜਿੱਥੇ ਤੁਹਾਨੂੰ ਆਉਂਦਾ ਵੀ ਨਹੀਂ ਸਾਡੀ ਫੀਸ ਵਾਪਸ ਨਹੀਂ ਆ ਰਹੀ ਜਾਂ ਇਹ ਰਿਟਰਨ ਪਾਲਿਸੀ ਦੇ ਅਗੇਂਸਟ ਸੀਗਾ, ਕਿਸੇ ਤਰ੍ਹਾਂ ਦਾ ਵੀ ਕੋਈ ਚੈਲੰਜ ਆਉਂਦਾ ਐਕਸੈਪਸ਼ਨਲੀ ਜੇ ਤੁਹਾਨੂੰ ਲੱਗ ਰਿਹਾ ਵੀ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਨਹੀਂ ਪੋਸੀਬਲ ਹੈਗਾ, ਸੋ ਉਹਨਾਂ ਚੀਜ਼ਾਂ ਤੇ ਆਪਾਂ ਡਿਸਕਸ ਕਰ ਸਕਦੇ ਹੈਗੇ ਆ। ਅਗਰ ਪੋਸੀਬਲ ਹੋਇਆ ਸਾਡੇ ਅਕੋਰਡਿੰਗਲੀ, ਸਾਡੇ ਐਕਸਪੀਰੀਅੰਸ ਦੇ ਅਕੋਰਡਿੰਗਲੀ ਜਾਂ ਸਾਡੀ ਨੌਲੇਜ ਦੇ ਅਕੋਰਡਿੰਗਲੀ ਡੈਫੀਨੇਟਲੀ ਤੁਹਾਡੀ ਹੈਲਪ ਕੀਤੀ ਜਾਏਗੀ। ਸੋ ਥੈਂਕ ਯੂ ਵੈਰੀ ਮਚ। ਜਸ਼ਨਪ੍ਰੀਤ ਹੈ ਨਾ? ਹਾਂਜੀ ਜਸ਼ਨਪ੍ਰੀਤ ਰਾਈਟ, ਥੋੜਾ ਨਾਮ ਚੇਂਜ ਕਰ ਦਈਏ ਸੋ ਇੱਥੇ ਜਸ਼ਨਪ੍ਰੀਤ ਜੀ। ਜਸ਼ਨਪ੍ਰੀਤ ਜੀ ਬਹੁਤ ਖੁਸ਼ੀ ਹੋਈ, ਤੁਸੀਂ ਨਾ ਇੱਕ ਤਾਂ ਟਾਈਮਲੀ ਪਹੁੰਚ ਗਏ ਯਾਰ, ਵਧੀਆ
ਪਹੁੰਚ ਗਏ। ਕੀ ਡਾਊਟ ਕੀ ਸੀ, ਹਾਂਜੀ ਸਰ। ਚੈਲੰਜ ਆ ਰਿਹਾ ਸੀ ਵੈਸੇ ਆਪਾਂ ਨੂੰ? ਸਰ ਮੈਨੂੰ ਕੋਈ ਚੈਲੰਜ ਨਹੀਂ ਆਇਆ। ਮੈਂ ਤੁਹਾਨੂੰ ਦੱਸਾਂ, ਮੇਰੀ 에ਅਰ ਕੈਨੇਡਾ ਦੀ ਸੀਗੀ ਫਲਾਈਟ 4 ਤਰੀਕ ਨੂੰ ਇੰਡੀਆ ਦੀ ਸਵੇਰੇ 9:40 ਤੇ ਮੈਂ 3:15 ਐਂਟਰ ਹੋ ਗਿਆ ਸੀ। ਵੈਰੀ ਨਾਈਸ। ਤੇ ਸਰ 4:30 ਉਹਨਾਂ ਨੇ ਆਪਦੇ ਜਿਹੜੇ ਸੀਗੇ ਕਾਊਂਟਰ ਓਪਨ ਕਰਤੇ ਸੀਗੇ ਐਂਟਰੀ ਲਈ। ਤੇ ਉਹਨਾਂ ਨੇ ਪਹਿਲੇ ਤੇ 에ਅਰ ਕੈਨੇਡਾ ਵਾਲੇ ਨੇ ਮੇਰੇ ਤੋਂ ਪੁੱਛਿਆ ਵੀ ਤੇਰਾ ਕੀ ਕਰਨ ਲਈ ਚੱਲਿਆ। ਮੈਂ ਕਿਹਾ ਸਟੱਡੀ ਲਈ ਜਾ ਰਿਹਾ। ਕਿੰਨੇ ਸਾਲ ਦਾ ਕੋਰਸ ਆ ਤੇ ਕਿਹੜਾ ਕੋਰਸ ਆ, ਸਪੋਰਟ ਲੈਟਰ ਤੇ ਉਹਨੇ ਮੇਰੇ ਤੋਂ LOA ਮੰਗੀ ਮੇਰੀ। ਉਹਨੇ ਸ਼ੋਅ ਕਰਤੀ। ਅੱਗੇ ਜਾ ਕੇ ਮੈਂ ਉਹਦਾ ਸਮਾਨ ਜਮ੍ਹਾਂ ਕਰਾਇਆ ਤੇ ਅੱਗੇ ਉਹਨਾਂ ਨੇ ਮੈਨੂੰ ਇਮੀਗ੍ਰੇਸ਼ਨ ਲਈ ਭੇਜਿਆ। ਬੋਰਡਿੰਗ ਪਾਸ ਦੇ ਤੇ ਜਦੋਂ ਮੈਂ ਇਮੀਗ੍ਰੇਸ਼ਨ ਗਿਆ, ਇਮੀਗ੍ਰੇਸ਼ਨ ਨੇ ਮੇਰੇ ਬੋਰਡਿੰਗ ਪਾਸ ਤੇ ਸਟੈਂਪ ਲਾਤੀ। ਤੇ ਸਟੈਂਪ ਲਾਤੀ ਉਹਨਾਂ ਨੇ, ਮੇਰੇ ਤੋਂ ਕੁਛ ਨਹੀਂ ਪੁੱਛਿਆ ਤੇ ਮੈਨੂੰ ਵੇਟਿੰਗ ਹਾਲ 'ਚ ਜਾਣ ਨੂੰ ਕਹਿਤਾ। ਮੇਰਾ ਗੇਟ ਨੰਬਰ ਲਿਖਤਾ ਸੀ। ਤੇ ਸਰ ਉੱਥੋਂ ਮੈਂ ਜਦੋਂ ਬਹਿ ਗਿਆ ਜਹਾਜ਼ 'ਚ ਤੇ ਮੈਂ ਆਪਦਾ ਟਰੈਵਲ ਕੀਤਾ ਤੇ ਮੈਂ ਜਦੋਂ ਵੈਨਕੂਵਰ ਉਤਰਿਆ ਤੇ ਮੈਨੂੰ ਥੋੜਾ ਜਿਹਾ ਡਰ ਲੱਗਿਆ ਵੀ ਮੇਰੇ ਇੱਥੇ ਹੋਊਗਾ ਕੁਛ। ਤੇ ਸਰ ਇੱਕ ਦਿੱਲੀ ਉਹਨਾਂ ਨੇ ਫਾਰਮ ਦਿੱਤਾ ਸੀਗਾ ਫਿਲ ਕਰਨ ਨੂੰ ਵੀ ਇਹ ਤੁਸੀਂ ਵੈਨਕੂਵਰ ਜਾ ਕੇ ਦੇਣਾ। ਤੇ ਉਹ ਮੈਂ ਦਿੱਲੀ ਫਿਲ ਕਰਤਾ ਸੀ। ਕੋਈ ਆਪਦੀ ਇਨਫੋਰਮੇਸ਼ਨ ਹੀ ਸੀਗੀ ਸਾਰੀ, ਕੋਈ ਬਾਹਰੋਂ ਨਹੀਂ ਸੀਗੀ। ਤੇ ਮੈਂ ਉਹਨਾਂ ਨੂੰ ਫਾਰਮ ਦਿੱਤਾ ਤੇ ਜਦੋਂ ਮੈਂ ਵੈਨਕੂਵਰ ਉਤਰਿਆ ਉਹਨਾਂ ਨੇ ਮੈਨੂੰ ਇੱਕ ਅਲੱਗ ਫਾਰਮ ਦਿੱਤਾ, ਇੱਕ ਹੋਰ। ਉਹ ਜਿਹੜਾ ਇੱਥੇ ਦੀ ਐਡਰੈਸ ਬਾਰੇ ਭਰਨਾ ਹੁੰਦਾ, ਜਿਹੜਾ ਉਹ ਅਲਾਓ ਕਰਦੇ ਆ ਹੁਣ ਕੋਵਿਡ ਕਰਕੇ। ਤੇ ਸਰ ਉਹ ਭਰ ਕੇ ਜਦੋਂ ਮੈਂ ਪਹਿਲੇ ਉਹਨਾਂ ਦੇ ਇਮੀਗ੍ਰੇਸ਼ਨ ਨਹੀਂ ਕਹਿ ਸਕਦੇ ਆਪਾਂ, ਕੋਈ ਐਂਟਰੀ ਵਾਲੇ ਕਾਊਂਟਰ ਹੁੰਦੇ ਆ, ਉੱਥੇ ਉਹਨਾਂ ਨੇ ਮੇਰੇ ਤੋਂ ਕੋਵਿਡ ਲਈ ਹੁੰਦੇ ਆ ਜ਼ਿਆਦਾਤਰ, ਜਿਵੇਂ ਉਹ ਕੁਆਰੰਟਾਈਨ ਬਾਰੇ ਪੁੱਛਦੇ, ਹੋਰ ਕੁਛ ਨਹੀਂ ਪੁੱਛਦੇ। ਉਹਨਾਂ ਨੇ ਮੈਨੂੰ ਕਿਹਾ ਤੇ ਵੀ ਕੁਆਰੰਟਾਈਨ ਪਲਾਨ ਹੈਗਾ 14 ਡੇ ਦਾ। ਮੈਂ ਕਿਹਾ ਵੀ ਹਾਂਜੀ ਹੈਗਾ ਮੇਰੇ ਕੋਲੇ। ਬਸ ਸਰ ਉਹਨਾਂ ਨੇ ਮੇਰੇ ਤੋਂ ਮੇਰੀ ਜਿਹੜੇ ਦੋਨੇ ਫਾਰਮਸ ਉੱਥੇ ਰਿਸੀਵ ਕਰ ਲਏ ਤੇ ਮੈਨੂੰ ਉਹਨਾਂ ਨੇ ਪਾਸਪੋਰਟ ਵਾਪਸ ਕਰਤਾ ਮੇਰਾ ਤੇ ਚੈੱਕ ਕੀਤੀ ਮੇਰੇ ਫੇਸ ID ਤੇ ਮੈਨੂੰ ਅੱਗੇ ਭੇਜਤਾ ਇਮੀਗ੍ਰੇਸ਼ਨ ਲਈ। ਉਹ ਕਹਿੰਦੇ ਬਈ ਆਪਦਾ ਲਗੇਜ ਚੱਕੋ ਤੇ ਇਮੀਗ੍ਰੇਸ਼ਨ ਜਾਓ। ਤੇ ਸਰ ਮੈਂ ਇਮੀਗ੍ਰੇਸ਼ਨ ਜਦੋਂ ਹਾਲ 'ਚ ਐਂਟਰ ਕੀਤਾ, ਪਹਿਲਾਂ ਮੈਂ ਲਗੇਜ ਲਈ ਵੇਟ ਕਰਦਾ ਰਿਹਾ। ਤੇ ਇਮੀਗ੍ਰੇਸ਼ਨ ਜਦੋਂ ਮੈਂ ਹਾਲ 'ਚ ਐਂਟਰ ਕੀਤਾ, ਉਹਨਾਂ ਨੇ ਮੇਰਾ ਪਹਿਲਾਂ ਹੀ ਪਾਸਪੋਰਟ ਤੇ ਇੱਕ ਜਿਹੜਾ ਮੈਂ ਇੱਥੇ ਆ ਕੇ ਭਰਿਆ ਸੀ ਵੈਨਕੂਵਰ ਫਾਰਮ, ਉਹ ਆਪਦੇ ਕੋਲੇ ਰੱਖ ਲਿਆ। ਤੇ ਸਰ ਫਿਰ ਤੇ ਮੈਂ ਤੇ ਮੇਰੇ ਨਾਲ 2 ਜਣੇ ਹੋਰ ਸੀ ਮੌਂਟਰੀਅਲ ਦੇ ਸਟੂਡੈਂਟ। ਉਹ ਮੌਂਟਰੀਅਲ ਲਈ ਜਾ ਰਹੇ ਸੀ। ਇੱਕ CDI ਦਾ ਸੀ, ਇੱਕ ਕੋਈ ਹੋਰ ਕਾਲਜ ਸੀ, ਸਿਆਜ਼ ਕਾਲਜ ਕੁਛ ਐਂ ਕਹਿ ਰਹੇ ਸੀ। ਹਾਂਜੀ ਸਰ। ਤੇ ਮੈਨੂੰ 10 ਮਿੰਟ ਬਾਅਦ ਉਹਨਾਂ ਨੇ ਮੇਰੇ ਨਾਲ ਇੱਕ ਜਿਹੜਾ CDI ਕਾਲਜ ਦਾ ਸੀਗਾ ਉਹਨੂੰ ਅਨਾਊਂਸ ਕੀਤਾ, ਨਾ ਮੈਨੂੰ ਉਹਦਾ ਸਟੱਡੀ ਪਰਮਿਟ ਦਿੱਤਾ ਤੇ ਬਾਅਦ ਚੋਂ ਮੇਰਾ ਨਾਮ ਅਨਾਊਂਸ ਕਰਕੇ ਮੈਨੂੰ ਸਟੱਡੀ ਪਰਮਿਟ ਦੇ ਕੇ ਕਹਿੰਦੇ ਗੋ ਅਹੈਡ ਜਾਓ ਬਸ। ਠੀਕ ਹੈ। ਹਾਂਜੀ ਸਰ। ਚਲੋ ਸਾਰਾ ਵਧੀਆ ਰਿਹਾ। ਤੇ ਤੁਹਾਨੂੰ ਕਿਹੜੀ ਚੀਜ਼ ਦਾ ਡਰ ਲੱਗ ਰਿਹਾ ਸੀ? ਮੈਨੂੰ ਪਤਾ ਤੁਸੀਂ ਚੜ੍ਹਨ ਤੋਂ ਪਹਿਲਾਂ ਕਹਿ ਰਹੇ ਸੀ ਮੈਨੂੰ ਮਨਾ ਕਰਤਾ ਜੀ, ਇੱਧਰ ਜਾ ਨਹੀਂ ਸਕਦੇ ਤੁਸੀਂ। ਹਾਂਜੀ ਸਰ। ਹਾਂਜੀ ਸਰ, ਮੈਨੂੰ ਡਰ ਲੱਗਦਾ ਸੀਗਾ ਵੀ ਐਡਮਿੰਟਨ ਜੇ ਮੈਂ ਜਾਊਂਗਾ ਮੇਰੀ ਇਮੀਗ੍ਰੇਸ਼ਨ ਜ਼ਿਆਦਾ ਹੋਊਗੀ, ਮੇਰੇ ਤੋਂ ਬਹੁਤ ਕੁਛ ਪੁੱਛਣਗੇ। ਬਸ ਸਰ ਹੋਰ ਕੁਛ ਨਹੀਂ ਸੀ। ਹੋਰ ਕੁਝ ਨਹੀਂ ਸੀ। ਇੱਕ ਅੰਡਰ ਗਾਰਡੀਅਨ ਦਾ ਵੀ ਤੁਹਾਡਾ ਚੈਲੰਜ ਹੈ ਨਾ? ਹਾਂਜੀ ਸਰ, ਉਹਨਾਂ ਨੇ ਕੁਛ ਨਹੀਂ ਪੁੱਛਿਆ ਅੰਡਰ ਗਾਰਡੀਅਨ ਬਾਰੇ ਕੁਛ ਵੀ। ਹਾਂ, ਅੰਡਰ ਗਾਰਡੀਅਨ ਬਾਰੇ ਕੁਝ ਨਹੀਂ ਪਤਾ ਕਿਉਂਕਿ ਮੌਂਟਰੀਅਲ ਦੇ ਵਿੱਚ ਅੰਡਰ ਗਾਰਡੀਅਨ ਦੀ ਲੈਟਰ ਲੱਗਦੀ ਹੈਗੀ ਹੈ। ਤੇ ਤੁਹਾਡੇ ਜਿਹੜੇ ਪ੍ਰੀਵੀਅਸ ਏਜੰਟ ਉਹਨਾਂ ਨੇ ਕਿਹਾ ਸੀ ਵੀ ਇੱਧਰ ਤੁਸੀਂ ਨਹੀਂ ਜਾ ਸਕਦੇ, ਅੰਡਰ ਗਾਰਡੀਅਨ ਕਰਕੇ ਪ੍ਰੋਬਲਮ ਆਏਗੀ, ਹੈ ਨਾ? ਹਾਂਜੀ ਸਰ। ਇੱਕ ਜਿਹੜਾ ਤੁਸੀਂ ਲੈਟਰ ਆਫ ਸਪੋਰਟ ਲੈ ਕੇ ਗਏ ਆ ਤੇ ਕਾਲਜ ਦਾ ਜਿਹੜਾ ਲੈਟਰ ਆਫ ਸਪੋਰਟ ਤੁਹਾਨੂੰ ਮਿਲਿਆ ਹੋਣਾ ਹੈ ਨਾ? ਹਾਂਜੀ ਸਰ। ਉਹ ਵੀ ਚੈੱਕ ਕੀਤਾ ਉਹਨਾਂ ਨੇ ਡੀਪਲੀ ਕਿ ਨਹੀਂ ਦੇਖਿਆ? ਨਹੀਂ ਸਰ, ਉਹ ਆਪਣੇ ਦਿੱਲੀ ਚੈੱਕ ਹੋਇਆ, ਬਾਅਦ ਚੋਂ ਕਿਤੇ ਇੱਕ ਡਾਕੂਮੈਂਟ ਵੀ ਨਹੀਂ ਮੇਰਾ ਚੈੱਕ ਹੋਇਆ। ਹਾਂ, ਕਿਤੇ ਚੈੱਕ ਕਾਲਜ ਦਾ। ਯੈਸ। ਓਵਰਆਲ ਅਗਰ ਆਪਾਂ ਦੇਖੀਏ ਵੀ ਇਸ ਦਿੱਲੀ 에ਅਰਪੋਰਟ ਤੋਂ ਤੁਹਾਨੂੰ ਸਿਰਫ ਜਿਹੜੀ ਹੈ ਪਰਮਿਸ਼ਨ, ਐਕਸੈਪਸ਼ਨਲ ਪਰਮਿਸ਼ਨ ਜਿਹੜੀ ਹੋਣੀ ਚਾਹੀਦੀ ਹੈ ਉਹ ਤੁਹਾਡੀ ਚੈੱਕ ਹੋਈ। ਐਂਡ ਕੈਨੇਡਾ ਐਂਟਰ ਹੋਣ ਤੇ ਤੁਹਾਡਾ ਜਿਹੜਾ ਕੁਆਰੰਟਾਈਨ ਪਲਾਨ ਆ ਉਹ ਪ੍ਰੋਪਰਲੀ ਚੈੱਕ ਹੋਇਆ? ਨਹੀਂ ਸਰ, ਚੈੱਕ ਨਹੀਂ ਹੋਇਆ। ਜਿਵੇਂ ਕਹਿ ਦਈਏ ਲਿਖਿਆ ਹੋਇਆ ਚੈੱਕ ਨਹੀਂ ਕੀਤਾ ਉਹਨੇ, ਸਿਰਫ ਪੁੱਛਿਆ, ਮੈਨੂੰ ਆਸਕ ਕੀਤਾ ਵੀ ਤੇਰੇ ਕੋਲ ਹੈਗਾ? ਮੈਂ ਕਿਹਾ ਵੀ ਹਾਂਜੀ ਯੈਸ ਆਈ ਹੈਵ ਸਰ। ਤੇ ਉਹਨਾਂ ਨੇ ਮੈਨੂੰ ਗਾਂਹ ਭੇਜਤਾ ਬਸ। ਉਹਨਾਂ ਨੇ ਗਾਂਹ ਭੇਜਤਾ ਤੁਹਾਨੂੰ ਵੀ ਤੁਸੀਂ ਕੌਨਫੀਡੈਂਟ ਸੀਗੇ ਆਪਣੇ ਪਲਾਨ ਤੇ ਉਹਨਾਂ ਨੇ ਤੁਹਾਨੂੰ ਐਂਟਰੀ ਦੇ ਦਿੱਤੀ। ਰਾਈਟ। ਹਾਂਜੀ ਸਰ। ਐਂਡ ਇਸ ਤੁਹਾਡੀ ਡਿਸਕਸ਼ਨ ਦੇ ਨਾਲ ਆਪਾਂ ਕੁਝ ਬੰਦਿਆਂ ਨੂੰ ਜਿਹੜੇ ਪਰਸਨ ਹੈਗੇ ਅੰਡਰ ਗਾਰਡੀਅਨ ਜਾ ਰਹੇ ਆ, ਕਿੰਨੀ ਉਮਰ ਹੈ ਤੁਹਾਡੀ? ਸਰ ਮੈਨੂੰ ਨਵੰਬਰ 'ਚ 18 ਪੂਰੇ ਹੋ ਜਾਣੇ ਆ। ਨਵੰਬਰ 'ਚ 18 ਪੂਰੇ ਹੋ ਜਾਣੇ ਆ। ਜਿਵੇਂ ਕਿ ਤੁਹਾਡਾ ਜਿਹੜਾ ਕਾਲਜ ਹੈ CDI ਹੈ ਮੌਂਟਰੀਅਲ ਹੈ? CDI ਮੌਂਟਰੀਅਲ ਸਰ। ਹਾਂ, ਤੁਸੀਂ ਜਾਣਾ ਸੀਗਾ ਮੌਂਟਰੀਅਲ ਐਂਡ ਤੁਹਾਨੂੰ ਸਿਰਫ ਇਹੀ ਚੈਲੰਜ ਆ ਰਿਹਾ ਸੀ ਕਿ ਐਡਮਿੰਟਨ ਮੈਂ ਕਿਵੇਂ ਜਾਵਾਂ, ਉਹ ਤੁਹਾਨੂੰ ਮਨਾ ਵੀ ਕੀਤਾ ਗਿਆ ਸੀ, ਰਾਈਟ? ਹਾਂਜੀ ਸਰ। ਚਲੋ
ਠੀਕ ਹੈ, ਤੁਹਾਡਾ ਸਾਨੂੰ ਵੀ ਬੜੀ ਖੁਸ਼ੀ ਹੋਈ। ਦੇਖੋ ਆਪਾਂ ਪਹਿਲਾਂ ਤੁਹਾਨੂੰ ਨਹੀਂ ਮਿਲੇ, ਅੱਜ ਹੀ ਮਿਲੇ ਹੈਗੇ ਆ, ਬਟ ਹਾਂਜੀ ਕਿਸੇ ਵੀ ਸਰ। ਬੱਚੇ ਦੀ ਹੈਲਪ ਕਰ ਪਾਈਏ ਸਾਡਾ ਪਰਪਸ ਇਹੀ ਰਹਿੰਦਾ ਹੈਗਾ। ਬਟ ਪਰਪਸ ਦੇ ਪਿੱਛੇ ਯੈਸ ਹਾਂਜੀ ਇਹ ਸਰ। ਹੁੰਦਾ ਵੀ ਰਾਈਟ ਐਡਵਾਈਸ ਤੁਹਾਨੂੰ ਜ਼ਰੂਰ ਦੇ ਪਾਈਏ, ਹੈ ਨਾ। ਯੈਸ ਸਰ, ਪੋਜ਼ਿਟਿਵਲੀ ਤੁਸੀਂ ਮੈਨੂੰ ਗਾਈਡ ਕੀਤਾ ਤੇ ਜਿਹਦੇ ਕਰਕੇ ਮੇਰਾ ਕੌਨਫੀਡੈਂਸ ਹੋਇਆ ਤੇ ਮੈਂ ਸਰ ਆਪਦੀ ਜਿਹੜੀ ਡੈਸਟੀਨੇਸ਼ਨ ਸੀ ਉੱਥੇ ਪਹੁੰਚ ਗਿਆ ਫਾਈਨਲੀ। ਗ੍ਰੇਟ ਹੈ ਜੀ, ਹੁਣ ਤੁਸੀਂ ਇੰਜੋਏ ਕਰੋ ਪੂਰੀ ਤਰ੍ਹਾਂ, ਰਾਈਟ, ਰੈਸਟ ਵੀ ਕਰੋ। ਹਾਂਜੀ ਸਰ। ਔਰ ਕਿਸੇ ਹੋਰ ਵੀ ਪਰਸਨ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਐਡਵਾਈਸ ਚਾਹੀਦੀ ਹੈਗੀ ਹੈ ਤਾਂ ਸਾਡੇ ਨਾਲ ਤੁਸੀਂ ਹਾਂਜੀ ਜੁੜ ਸਰ। ਸਕਦੇ ਹੋ। YouTube ਨੂੰ ਸ਼ੇਅਰ ਕਰੋ। ਮੈਂ ਕੁਐਸਚਨ ਕਰਨੇ ਸੀ ਇੱਕ ਦੋ। ਹਾਂਜੀ ਹਾਂਜੀ, ਪੁੱਛੋ ਜੀ। ਇੱਕ ਤਾਂ ਸਰ ਮੇਰਾ ਵੀਜ਼ਾ ਜਿਹੜਾ ਉਹ ਖਤਮ ਹੋਣਾ ਵਾ 2021 ਦੇ 10ਵੇਂ ਮਹੀਨੇ ਦੇ ਸਟਾਰਟਿੰਗ 'ਚ। ਠੀਕ ਹੈ ਜੀ। ਤੇ ਸਰ ਮੇਰਾ 2 ਸਾਲ ਦਾ ਕੋਰਸ ਆ। ਓਕੇ ਜੀ। ਤੇ ਸਰ ਮੈਨੂੰ ਐਕਸਟੈਂਡ ਵੀ ਕਰਾਉਣਾ ਪਊਗਾ ਓਕੇ, ਤੇ ਐਕਸਟੈਂਡ। ਸਰ ਉਹਦੇ ਲਈ ਕੀ ਕਰ। ਨਹੀਂ, ਤੁਸੀਂ ਜਿਹੜਾ ਇਹ ਕੋਰਸ ਹਜੇ ਸਟਾਰਟ ਕਰਨਾ ਜਾਂ ਇੰਡੀਆ ਤੋਂ ਸਟਾਰਟ ਕਰ ਲਿਆ ਸੀਗਾ? ਤੁਸੀਂ ਵੀਡੀਓ ਆਫ ਕਰਨਾ ਚਾਹੁੰਦੇ ਆ, ਆਫ ਕਰ ਸਕਦੇ ਹੋ, ਕੋਈ ਦਿੱਕਤ ਨਹੀਂ। ਹਾਂਜੀ, ਕੀ ਤੁਸੀਂ ਕੋਰਸ ਸਟਾਰਟ ਕਰ ਲਿਆ ਸੀ ਕਿ ਨਹੀਂ? ਹਾਂਜੀ ਸਰ, ਕਰ ਲਿਆ ਸੀ ਮੈਂ ਕੋਰਸ ਸਟਾਰਟ। ਕੋਰਸ ਤੁਸੀਂ ਸਟਾਰਟ ਕਰ ਲਿਆ ਸੀਗਾ, ਆਨਲਾਈਨ ਸਟਾਰਟ ਕਰ ਲਿਆ ਸੀ, ਫਿਰ ਤਾਂ ਤੁਹਾਡਾ ਜਿਹੜਾ ਵੀਜ਼ਾ ਉਸ ਹਿਸਾਬ ਨਾਲ ਹੀ ਹੋਣਾ ਜਿਸ ਹਿਸਾਬ ਨਾਲ ਕੋਰਸ ਹੋਣਾ, ਜਾਂ ਕਿਹੜੇ ਇਨਟੇਕ ਲਈ ਤੁਸੀਂ ਕੀਤਾ ਸੀ? ਮਈ ਇਨਟੇਕ ਲਈ? ਜਿਵੇਂ ਸਰ ਮੈਂ ਪਹਿਲਾਂ ਜਨਵਰੀ ਇਨਟੇਕ ਲਈ ਕੀਤਾ ਸੀ। ਜਨਵਰੀ ਇਨਟੇਕ ਲਈ ਕੀਤਾ ਸੀ, ਰਾਈਟ। ਹਾਂਜੀ ਸਰ। ਤੋਂ ਬਾਅਦ ਫਿਰ ਤੁਸੀਂ ਜਨਵਰੀ ਇਨਟੇਕ ਓਕੇ ਡੈਫਰ ਹੋ ਗਿਆ, ਮਈ ਤੇ ਆ ਗਿਆ, ਮਈ ਤੋਂ ਬਾਅਦ ਸਤੰਬਰ ਆ ਗਿਆ। ਹਾਂਜੀ ਸਰ। ਕੋਈ ਪ੍ਰੋਬਲਮ ਨਹੀਂ ਸਰ, ਤੁਸੀਂ ਆਪਣਾ ਕੰਟੀਨਿਊ ਰੱਖੋ ਸਟੱਡੀ, ਕੋਈ ਦਿੱਕਤ ਨਹੀਂ ਹੈਗੀ। 3 ਮਹੀਨੇ ਹਾਂਜੀ ਪਹਿਲਾਂ ਸਰ। ਜਦੋਂ ਤੁਹਾਡਾ ਇਹ ਸਪੋਜ਼ ਕਿੰਨੇ 10ਵੇਂ ਮਹੀਨੇ ਤੱਕ ਹੈ, 7ਵੇਂ ਹਾਂਜੀ ਮਹੀਨੇ ਸਰ। ਜਾਂ 6ਵੇਂ ਮਹੀਨੇ ਤੁਸੀਂ ਪਹੁੰਚਦੇ ਹੋ, ਉਦੋਂ ਤੁਸੀਂ ਐਕਸਟੈਂਸ਼ਨ ਲਈ ਅਪਲਾਈ ਕਰ ਸਕਦੇ ਹੋ। ਐਕਸਟੈਂਸ਼ਨ ਬੜੀ ਆਰਾਮ ਨਾਲ ਤੁਹਾਨੂੰ ਮਿਲ ਜਾਏਗੀ, ਕੋਈ ਟੈਨਸ਼ਨ ਨਹੀਂ ਹੋਣੀ। ਓਕੇ ਸਰ। ਸਰ स्टडी परमिट है जो जो ਹੂੰ उन्होंने मुझे स्टडी परमिट दिया ਦਿੱਤਾ ਵਾ ਹੂੰ। ਤੇ ਉਹ ਤੇ ਵੀ ਸਰ ਜਿੰਨੀ ਮੇਰੀ ਵੀਜ਼ੇ ਦੀ ਡੇਟ ਆ ਉਨੀ ਹੀ ਲਿਖੀ ਹੋਈ ਹੈ। ਹਾਂ, ਵੀਜ਼ੇ ਦੀ ਡੇਟ ਉਨੀ ਹੀ ਲਿਖੀ ਜਾਏਗੀ, ਉਹਨੂੰ ਐਕਸਟੈਂਸ਼ਨ ਮਿਲ ਜਾਏਗੀ, ਕੋਈ ਪ੍ਰੋਬਲਮ ਨਹੀਂ ਤੁਹਾਨੂੰ। ਤੇ ਸਰ ਸਟੱਡੀ ਪਰਮਿਟ ਵੀ ਐਕਸਟੈਂਡ ਹੋਊਗਾ ਜਾਂ ਉਹ ਨਿਊ ਮਿਲੂਗਾ ਕੁਛ? ਨਹੀਂ ਸਰ, ਉਹ ਜਦੋਂ ਆਪਾਂ ਐਕਸਟੈਂਸ਼ਨ ਪਾਵਾਂਗੇ ਉੱਥੇ ਸਟੱਡੀ ਪਰਮਿਟ ਹੀ ਆਣਾ, ਤੁਹਾਡੇ ਪਾਸਪੋਰਟ ਤੇ ਕੋਈ ਵੀਜ਼ਾ ਨਹੀਂ ਲੱਗਣਾ। ਉਹਨੂੰ ਓਕੇ ਓਕੇ ਸਰ। ਸਟੱਡੀ ਪਰਮਿਟ ਐਕਸਟੈਂਸ਼ਨ ਹੀ ਕਹਿੰਦੇ ਆ। ਤੁਹਾਡੇ ਕੋਲ ਆਨਲਾਈਨ ਹੀ ਆ ਜਾਏਗਾ ਜਾਂ ਤੁਹਾਡੇ ਐਡਰੈਸ ਤੇ ਡਿਲੀਵਰ ਹੋ ਜਾਏਗਾ। ਓਕੇ ਸਰ। ਤੇ ਹਾਂਜੀ। ਸਰ ਮੇਰੀ ਜਿਵੇਂ CAQ ਕਹਿੰਦੇ ਹੁੰਦੇ ਆ ਵੀ CAQ ਆਪਾਂ ਨੂੰ ਰਿਟਰਨ ਚ ਮਿਲਦੀ ਆ ਵੀਜ਼ਾ ਆਉਣ ਤੋਂ ਬਾਅਦ। ਹੂੰ। ਤੇ ਸਰ ਮੈਂ ਹੁਣ ਇੱਥੇ ਆਪਦੀ CAQ ਰਿਟਰਨ ਚ ਲੈਣੀ ਚਾਹੁੰਦਾ ਤੇ ਮੈਨੂੰ ਕੀ ਕਰਨਾ ਚਾਹੀਦਾ? ਉਹ ਵੈਸੇ ਸਰ ਜਿਹੜੇ ਇੰਡੀਆ ਤੇ ਜਿਹੜਾ ਐਡਰੈਸ ਹੁੰਦਾ ਨਾ ਉੱਥੇ ਆ ਜਾਂਦੀ ਹੈਗੀ ਹੈ, ਜਾਂ ਤੁਹਾਡੇ ਏਜੰਟਸ ਕੋਲ ਆ ਗਈ ਹੋਣੀ ਹੈ, ਬਟ ਉਹਦੀ ਕੋਈ ਜ਼ਰੂਰਤ ਖਾਸ ਹੈ ਨਹੀਂ ਗੀ ਤੁਹਾਡੇ ਕੋਲ ਫਿਜ਼ੀਕਲ, ਕਿਉਂਕਿ ਜਦੋਂ ਤੁਹਾਡਾ ਵੀਜ਼ਾ ਲਾਇਆ ਜਾਂਦਾ ਤੇ CAQ ਦੀ ਕਾਪੀ ਜਿਹੜੀ ਨਾਲ ਲਾਈ ਜਾਂਦੀ ਹੈਗੀ। ਹਾਂਜੀ ਇਸ ਟਾਈਮ ਹਾਂਜੀ ਸਰ। ਤੁਹਾਡਾ ਸਾਰਾ ਕੁਝ ਹੋ ਗਿਆ ਤੇ ਕੋਈ ਉਹਦੇ ਵਿੱਚ ਚਿੰਤਾ ਦਾ ਵਿਸ਼ਾ ਨਹੀਂ ਹੈਗਾ। ਹਾਂਜੀ ਹਾਂਜੀ ਸਰ। ਚਲੋ ਠੀਕ ਹੈ ਸਰ, ਇੰਜੋਏ ਕਰੋ। ਔਰ ਕਿਸੇ ਹਾਂਜੀ ਤਰ੍ਹਾਂ ਦੀ ਹਾਂਜੀ ਕੋਈ ਸਰ। ਗਾਈਡੈਂਸ ਹੋਈ ਤੇ ਕਿਸੇ ਟਾਈਮ ਵੀ WhatsApp ਤੇ ਤੁਸੀਂ ਜੁੜੇ ਰਹਿ ਸਕਦੇ ਹੋ। ਕੋਈ ਨਾ ਸਰ, ਥੈਂਕ ਯੂ ਸਰ ਤੁਹਾਡਾ ਪਹਿਲਾਂ, ਕਿਉਂਕਿ ਆਪਣੇ ਇੰਡੀਆ 'ਚ ਜਿਹਨੂੰ ਵੀ ਕਾਲ ਆਓ ਗਾਈਡ ਕਰਨ ਲਈ ਵੀ ਚਾਰਜ ਕਰਦੇ ਆ, ਪਰ ਤੁਸੀਂ ਮੈਨੂੰ ਕੁਛ ਨਹੀਂ ਕਿਹਾ ਹੈਗਾ। ਮੈਂ ਤੁਹਾਨੂੰ ਕਿੰਨੀ ਵਾਰੀ ਕਾਲ ਕੀਤੀਆਂ ਪਰ ਤੁਸੀਂ ਮੈਨੂੰ ਕਦੇ ਵੀ ਐਂ ਨਹੀਂ ਕਿਹਾ ਹੈਗਾ ਵੀ ਯਾਰ ਤੂੰ ਤੰਗ ਕਰਦਾ ਮੈਨੂੰ ਕਾਲ ਬਹੁਤ ਕਰਦਾ। ਮੈਂ ਤੈਨੂੰ ਇੱਕ ਵਾਰੀ ਕਹਿਤਾ ਤੂੰ ਸਮਝ ਨਹੀਂ ਲੱਗਦਾ, ਹੂੰ। ਯਾਨੀ ਕਿ ਜਿਵੇਂ ਆਪਾਂ ਕਹਿ ਸਕਦੇ, ਪਰ ਸਰ ਤੁਸੀਂ ਨਹੀਂ, ਤੁਸੀਂ ਬਹੁਤ ਪੋਜ਼ਿਟਿਵਲੀ ਗਾਈਡ ਕੀਤਾ ਮੈਨੂੰ ਤੇ ਮੈਂ ਤੁਹਾਡਾ ਥੈਂਕਸ ਕਰਦਾ। ਥੈਂਕ ਯੂ ਵੈਰੀ ਮਚ। ਆਲਦੋ ਸਾਡੇ ਕੋਲ ਕਾਲਸ ਬਹੁਤ ਆਉਂਦੀਆਂ ਹੈ, ਬਟ ਫਿਰ ਵੀ ਕੋਸ਼ਿਸ਼ ਕਰੀਦੀ ਹੈ ਵੀ ਸਾਰਿਆਂ ਨੂੰ ਜਿੰਨੀ ਗਾਈਡੈਂਸ ਦੇ ਸਕੀਏ। ਜੇ ਕਿਸੇ ਦਾ ਕਿਤੇ ਚੈਲੰਜਿੰਗ ਹੈਗਾ, ਕੁਛ ਤਾਂ ਚੀਜ਼ਾਂ ਹੁੰਦੀਆਂ ਦੇਖੋ ਕਾਮਨ ਹੁੰਦੀਆਂ। ਤੁਹਾਡਾ ਥੋੜਾ ਜਿਹਾ ਐਕਸੈਪਸ਼ਨਲੀ ਕੇਸ ਸੀਗਾ, ਜਿਹੜੇ ਐਕਸੈਪਸ਼ਨਲ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਬਿਲਕੁਲ ਜਿਹੜਾ ਪ੍ਰੋਪਰਲੀ ਪੂਰੀ ਤਰ੍ਹਾਂ ਐਂਡ ਤੱਕ ਵੀ ਗਾਈਡ ਕਰਦੇ ਹਾਂ। ਕੁਝ ਜਿਹੜੀਆਂ ਕਾਮਨ ਚੀਜ਼ਾਂ ਜੀ ਹੈਗੀਆਂ ਸਰ। ਉਹਨਾਂ ਨੂੰ ਇੱਕ ਵਾਰੀ ਦੱਸ ਕੇ ਅਸੀਂ ਨੋ ਡਾਊਟ ਉੱਥੋਂ ਕੋਈ ਜ਼ਿਆਦਾ ਚੈਲੰਜ ਨਹੀਂ ਆਉਂਦੇ। ਉਹ ਸਾਡੀ ਹਾਂਜੀ ਵੀ ਹਾਂਜੀ ਸਰ। ਰਿਸਪੌਂਸਿਬਿਲਿਟੀ ਰਹਿੰਦੀ ਵੀ ਤੁਸੀਂ ਉੱਥੇ, ਤਾਂ ਹੀ ਮੈਂ ਤੁਹਾਨੂੰ ਸਪੈਸ਼ਲ ਕਿਹਾ ਸੀ ਉੱਥੇ ਪਹੁੰਚ ਕੇ ਜ਼ਰੂਰ ਸਾਡੇ ਨਾਲ ਡਿਸਕਸ ਕਰਿਓ, ਕਿਉਂਕਿ ਤੁਹਾਨੂੰ ਕਾਫੀ ਲੱਗ ਰਿਹਾ ਸੀ ਵੀ ਨਹੀਂ ਮੈਂ ਸ਼ਾਇਦ ਪਹੁੰਚ ਹੀ ਨਹੀਂ ਪਾਵਾਂਗਾ। ਹਾਂਜੀ ਕਿਉਂਕਿ ਸਰ। ਜਦੋਂ ਦੋ ਐਡਵਾਈਸ ਹੋਣ ਨਾ, ਇੱਕ ਬੰਦਾ ਮਨਾ ਕਰਦਾ ਹੋਵੇ, ਦੂਸਰਾ ਕਹਿੰਦਾ ਨਹੀਂ ਹਾਂਜੀ ਤੁਸੀਂ ਸਰ। ਜਾ ਸਕਦੇ ਹੋ, ਉਹਨੂੰ ਡਾਊਟਫੁਲ ਬਹੁਤ ਹੋ ਜਾਂਦਾ ਦਿਮਾਗ, ਵੀ ਉਹਨੂੰ ਸਮਝ ਹਾਂਜੀ ਨੂੰ ਸਰ, ਡਬਲ ਜਲਦੀ ਮਾਈਂਡਡ ਹੋ ਜਾਂਦਾ ਬੰਦਾ। ਐਕਸੈਪਟ ਨਹੀਂ ਕਰਦਾ ਵੀ ਯਾਰ ਇੱਕ ਬੰਦਾ ਤਾਂ ਮੈਨੂੰ ਮਨਾ ਹੀ ਕਰੀ ਜਾਂਦਾ, ਪੋਸੀਬਲ ਹੀ ਨਹੀਂ, ਜਾ ਹੀ ਨਹੀਂ ਸਕਦਾ, ਦੂਸਰਾ ਕਹਿੰਦਾ ਕੋਈ ਗੱਲ ਨਹੀਂ। ਹਾਂਜੀ ਸਰ। ਉਹਦੇ ਕਰਕੇ ਥੋੜਾ ਜਿਹਾ ਹਾਂਜੀ। ਸਾਨੂੰ ਵੀ ਹੁੰਦਾ ਵੀ ਅਸੀਂ ਜਿਹੜੀ ਵੀ ਐਡਵਾਈਸ ਦਈਏ ਹਾਂਜੀ ਬੜਾ ਸਰ। ਰਿਸਪੌਂਸਿਬਿਲਿਟੀ ਨਾਲ। ਚਲੋ, ਬਹੁਤ ਅੱਛਾ ਹਾਂਜੀ ਲੱਗਿਆ ਸਰ। ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਵੈਰੀ ਮਚ ਜੀ। ਚਲੋ ਠੀਕ ਹੈ ਸਰ, ਥੈਂਕ ਯੂ ਸਰ। ਓਕੇ ਸਰ। ਸੋ ਇਹ ਵੀਡੀਓ ਸ਼ੇਅਰ ਕਰਨ ਦਾ ਪਰਪਸ ਤੁਹਾਡੇ ਨਾਲ ਇਹੀ ਸੀਗਾ ਵੀ ਯੈਸ, ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਜੇ ਤੁਸੀਂ ਟਰਸਟ ਕਰਦੇ ਹੋ ਤਾਂ ਪੋਸੀਬਲ ਹੋ ਸਕਦਾ, ਬਟ 1% ਦਾ ਰਿਸਕ ਤੁਸੀਂ ਆਪ ਵੀ ਡੇਅਰ ਕਰਨਾ ਹੈਗਾ ਵੀ ਯੈਸ ਆਈ ਐਮ ਰੈਡੀ। ਸੋ ਆਪ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਹੀ ਕੈਂਡੀਡੇਟਸ ਨੂੰ ਐਡਵਾਈਸ ਲੈਣ ਲਈ ਰੈਡੀ ਹੈਗੇ ਆ ਜਿਹੜੇ ਆਪਣੇ ਵੀ ਮੈਂਟਲੀ ਫਿਟ ਹੈਗੇ, ਜਿਹੜੇ ਸਿੰਪਲ ਕਹਿ ਰਹੇ ਨਹੀਂ ਅਸੀਂ 100% ਤੁਹਾਡੀ ਐਡਵਾਈਸ ਹੀ ਚੱਲਣਾ। ਐਸੇ ਕੇਸਿਸ ਜਿਹੜੇ ਨਹੀਂ ਪਕੜਦੇ, ਯੈਸ 1%
he or she should be ready mentally ਵੀ yes I can take that step and ਉਹਨੂੰ ਉਸੇ ਨੂੰ ਹੀ ਪ੍ਰੈਪਰੇਸ਼ਨ ਜਾਂ ਉਹ ਚੀਜ਼ਾਂ ਕਰਵਾ ਸਕਦੇ ਹਾਂ ਆਪਾਂ। ਸੋ ਇਹਨਾਂ ਚੀਜ਼ਾਂ ਤੋਂ ਗਾਈਡੈਂਸ ਲੈਣੇ ਅੱਗੇ ਜੁੜਨ ਲਈ ਹੋਰ ਵੀ ਸ਼ੇਅਰ ਕਰੋ ਔਰ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ ਸੋ ਦੈਟ ਕਿ ਜਿਹੜੀਆਂ ਤੁਹਾਨੂੰ ਲੱਗ ਰਿਹਾ ਵੀ ਐਸੇ ਐਡਵਾਈਸ ਪੋਸੀਬਲ ਨਹੀਂ ਹੈਗੀਆਂ, ਸੋ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਕੁਝ ਨਾ ਕੁਝ ਸੋਲੂਸ਼ਨ ਤੁਹਾਨੂੰ ਕੱਢ ਕੇ ਦੇਈਏ। ਥੈਂਕ ਯੂ।